ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਫਿਰ ਹੇਠਾਂ ਆਇਆ ਇਮੀਗ੍ਰੇਸ਼ਨ ਦਾ ਪੱਧਰ। ਮਈ ਮਹੀਨੇ 17,100 ਪੀਆਰ ਦਾ ਕੀਤਾ ਗਿਆ ਸਵਾਗਤ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੰਗਲ ਦੀ ਅੱਗ ਦੇ ਕਾਰਨ ਆਰਡਰ ਜਾਰੀ। 1000 ਤੋਂ ਪਾਰ ਹੋਇਆ ਜੰਗਲ ਦੀ ਅੱਗ ਦਾ ਅੰਕੜਾ। ਕੈਨੇਡਾ 'ਚ 50% ਦੀ ਆਬਾਦੀ ਨੂੰ ਲੱਗੇ 2 ਸ਼ਾਟ। ਕੈਨੇਡਾ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ। ਸਰਕਾਰ ਨੂੰ ਨਹੀਂ ਕੁਆਰੰਟੀਨ ਦੇ ਬਾਰੇ ਜਾਣਕਾਰੀ। 66% ਦੀ ਯਾਤਰੀਆਂ ਦੇ ਬਾਰੇ ਨਹੀਂ ਪੂਰੀ ਜਾਣਕਾਰੀ। ਕ੍ਰੇਨ ਹਾਦਸੇ ਦੇ ਵਿੱਚ 5 ਦੀ ਹੋਈ ਮੌਤ। ਪੁਲਿਸ ਨੇ ਸਾਂਝੀ ਕੀਤੀ ਜਾਣਕਾਰੀ। ਓਨਟਾਰੀਓ ਦੇ ਵਿੱਚ ਵਾਪਰਿਆ ਹਾਦਸਾ। 3 ਬੱਚੇ ਹੋਏ ਗੰਭੀਰ ਜ਼ਖਮੀ। IRCC ਵੱਲੋਂ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਕਿ ਮਈ ਮਹੀਨੇ ਦੌਰਾਨ ਇਮੀਗ੍ਰੇਸ਼ਨ ਦਾ ਪੱਧਰ ਹੇਠਾਂ ਆਇਆ। ਇਸ ਮਹੀਨੇ 17,100 ਦੇ ਕਰੀਬ ਪੀਆਰ ਦਾ ਸਵਾਗਤ ਕੀਤਾ ਗਿਆ। ਕੈਨੇਡਾ ਵੱਲੋਂ ਜੋ ਇਮੀਗ੍ਰੇਸ਼ਨ ਲੈਵਲਸ ਪਲਾਨ ਦੇ ਤਹਿਤ ਟਾਰਗੇਟ ਤੈਅ ਕੀਤਾ ਗਿਆ, ਉਸ ਦੇ ਵਿੱਚ ਕਿਹਾ ਗਿਆ ਹੈ ਕਿ ਸਾਲਾਨਾ 4 ਲੱਖ ਤੋਂ ਵੱਧ ਪ੍ਰਵਾਸੀਆਂ ਦਾ ਸਵਾਗਤ ਕੀਤਾ ਜਾਵੇਗਾ। ਪਰ ਜਿਸ ਤਰ੍ਹਾਂ ਹਰ ਮਹੀਨੇ ਇਮੀਗ੍ਰੇਸ਼ਨ ਦਾ ਪੱਧਰ ਹੇਠਾਂ ਆ ਰਿਹਾ ਹੈ, ਉਸ ਨੂੰ ਦੇਖ ਕੇ ਨਹੀਂ ਲੱਗਦਾ ਕਿ ਇਹ ਟਾਰਗੇਟ ਪੂਰਾ ਹੋ ਸਕੇਗਾ। ਇਸ ਸਾਲ ਦੀ ਸ਼ੁਰੂਆਤ ਦੇ ਵਿੱਚ ਕੈਨੇਡਾ ਅੰਦਰ ਇਮੀਗ੍ਰੇਸ਼ਨ ਦਾ ਪੱਧਰ ਕਾਫੀ ਵਧੀਆ ਰਿਹਾ, ਪਰ ਹੁਣ ਹੌਲੀ-ਹੌਲੀ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਪੱਧਰ ਹੇਠਾਂ ਆਉਣ ਲੱਗਿਆ ਹੈ। ਜਾਣਕਾਰੀ ਦੇ ਮੁਤਾਬਕ ਮਈ ਮਹੀਨੇ ਦੌਰਾਨ 17,100 ਨਵੇਂ ਪੀਆਰ ਦਾ ਸਵਾਗਤ ਕੈਨੇਡਾ ਵੱਲੋਂ ਕੀਤਾ ਗਿਆ। ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਕਿ ਲਗਾਤਾਰ ਚੌਥੇ ਮਹੀਨੇ ਇਮੀਗ੍ਰੇਸ਼ਨ ਦਾ ਪੱਧਰ ਹੇਠਾਂ ਆਇਆ ਹੈ। ਜਾਣਕਾਰੀ ਦੇ ਮੁਤਾਬਕ ਜਨਵਰੀ ਮਹੀਨੇ ਦੌਰਾਨ 24,680 ਨਵੇਂ ਇਮੀਗ੍ਰੈਂਟਸ, ਫਰਵਰੀ ਮਹੀਨੇ ਦੇ ਵਿੱਚ 23,395, ਮਾਰਚ ਮਹੀਨੇ ਦੌਰਾਨ 22,425, ਅਪ੍ਰੈਲ ਮਹੀਨੇ ਦੇ ਵਿੱਚ 21,155 ਪੀਆਰ ਦਾ ਹੀ ਕੈਨੇਡਾ ਵੱਲੋਂ ਸਵਾਗਤ ਕੀਤਾ ਗਿਆ, ਜਿਸ ਦਾ ਮਤਲਬ ਹੈ ਕਿ ਇਸ ਸਾਲ ਦੇ 5 ਮਹੀਨਿਆਂ ਦੌਰਾਨ ਕੈਨੇਡਾ ਵੱਲੋਂ ਕੁੱਲ 1,08,000 ਇਮੀਗ੍ਰੈਂਟਸ ਦਾ ਸਵਾਗਤ ਕੀਤਾ ਗਿਆ। ਕੈਨੇਡਾ ਵੱਲੋਂ ਇਸ ਸਾਲ ਦੇ ਲਈ ਟੀਚਾ ਤੈਅ ਕੀਤਾ ਗਿਆ ਕਿ 1 ਸਾਲ ਦੇ ਵਿੱਚ 4,01,000 ਨਵੇਂ ਇਮੀਗ੍ਰੈਂਟਸ ਦਾ ਸਵਾਗਤ ਕੀਤਾ ਜਾਵੇਗਾ, ਪਰ ਹੁਣ ਤੱਕ ਦੇ ਅੰਕੜੇ ਨੂੰ ਦੇਖ ਕੇ ਨਹੀਂ ਲੱਗਦਾ ਕਿ ਇਹ ਟੀਚਾ ਪੂਰਾ ਹੋ ਸਕੇਗਾ। ਕੈਨੇਡਾ ਵੱਲੋਂ 2020 ਦੇ ਦੌਰਾਨ ਵੀ 3,41,000 ਨਵੇਂ ਇਮੀਗ੍ਰੈਂਟਸ ਦੇ ਸਵਾਗਤ ਦਾ ਟੀਚਾ ਰੱਖਿਆ ਗਿਆ ਸੀ, ਪਰ ਕੋਰੋਨਾ ਵਾਇਰਸ ਦੇ ਕਾਰਨ ਇਹ ਟਾਰਗੇਟ ਪੂਰਾ ਨਹੀਂ ਹੋ ਸਕਿਆ। ਟਰੈਵਲ ਰੈਸਟ੍ਰਿਕਸ਼ਨਸ ਦੇ ਕਾਰਨ ਸਿਰਫ 1,84,000 ਇਮੀਗ੍ਰੈਂਟਸ ਦਾ ਹੀ ਵੈਲਕਮ ਕੀਤਾ ਗਿਆ। ਹਾਲ ਹੀ ਦੇ ਵਿੱਚ ਕੈਨੇਡਾ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਕਿ ਹੁਣ ਕੈਨੇਡਾ ਦੇ ਵਿੱਚ COPR ਹੋਲਡਰ ਵੀ ਯਾਤਰਾ ਕਰ ਸਕਦੇ ਹਨ। IRCC ਵੱਲੋਂ ਇਸ ਦੇ ਨਾਲ ਸੰਬੰਧਿਤ ਅੰਦਾਜ਼ਾ ਲਗਾਇਆ ਗਿਆ, ਜਿੱਥੇ ਉਹਨਾਂ ਨੇ ਦੱਸਿਆ ਕਿ 23,000 COPR ਹੋਲਡਰਸ ਦੇ ਨਾਲ ਪਾਲਿਸੀ ਦੇ ਵਿੱਚ ਉਹਨਾਂ ਨੂੰ ਫਾਇਦਾ ਹੋਵੇਗਾ। ਇਸ ਦੇ ਨਾਲ ਹੀ IRCC ਵੱਲੋਂ ਕਈ ਐਕਸਪ੍ਰੈਸ ਐਂਟਰੀ ਅਤੇ PNP ਡਰਾਅ ਕੱਢੇ ਜਾ ਰਹੇ ਨੇ, ਤਾਂ ਕਿ ਜਿਹੜੇ ਪਹਿਲਾਂ ਹੀ ਕੈਨੇਡਾ ਦੇ ਵਿੱਚ ਨੇ ਉਹਨਾਂ ਨੂੰ PR ਹਾਸਲ ਕਰਨ ਦਾ ਮੌਕਾ ਦਿੱਤਾ ਜਾਵੇ। IRCC ਵੱਲੋਂ ਹੁਣ ਤੱਕ 93,842 ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਜਾ ਚੁੱਕੇ ਨੇ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੰਗਲ ਦੀ ਅੱਗ ਦਾ ਕਹਿਰ ਦੇਖਣ ਨੂੰ ਮਿਲਿਆ। ਬ੍ਰਿਟਿਸ਼ ਕੋਲੰਬੀਆ ਦੇ ਵਾਸਤੇ ਨਵੇਂ ਆਰਡਰ ਜਾਰੀ ਕੀਤੇ ਗਏ ਨੇ। ਇੱਥੇ ਜੋ ਵਾਈਲਡ ਫਾਇਰ ਹੈ, ਉਸ ਦਾ ਅੰਕੜਾ 1000 ਤੋਂ ਪਾਰ ਹੋ ਗਿਆ, ਜਿਸ ਤੋਂ ਬਾਅਦ ਇਹ ਆਰਡਰ ਜਾਰੀ ਕੀਤੇ ਗਏ ਹਨ। ਬ੍ਰਿਟਿਸ਼ ਕੋਲੰਬੀਆ ਦੇ ਵਾਸਤੇ ਇਵੈਕੂਏਸ਼ਨ ਆਰਡਰ ਜਾਰੀ ਕੀਤੇ ਗਏ ਨੇ। ਇਸ ਸਾਲ ਹੁਣ ਤੱਕ ਪ੍ਰੋਵਿੰਸ ਦੇ ਵਿੱਚ 1000 ਤੋਂ ਵੱਧ ਵਾਈਲਡ ਫਾਇਰਸ ਲੱਗਣ ਦੀ ਜਾਣਕਾਰੀ ਸਾਹਮਣੇ ਆਈ ਹੈ। ਆਮ ਸਾਲਾਂ ਦੇ ਵਿੱਚ ਪ੍ਰੋਵਿੰਸ ਦੇ ਵਿੱਚ 1,300 ਦੇ ਕਰੀਬ ਫਾਇਰਸ ਦੀ ਜਾਣਕਾਰੀ ਸਾਹਮਣੇ ਆਉਂਦੀ ਹੈ। ਖਬਰ ਲਿਖੇ ਜਾਣ ਤੱਕ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 307 ਦੇ ਕਰੀਬ ਫਾਇਰ ਸਨ। ਇਨ੍ਹਾਂ ਵਿੱਚੋਂ 23 ਵਾਈਲਡ ਫਾਇਰ 48 ਘੰਟਿਆਂ ਦੇ ਦੌਰਾਨ ਲੱਗੀਆਂ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕਈ ਅਜਿਹੇ ਵੀ ਐਕਟਿਵ ਫਾਇਰਸ ਦੇ ਮਾਮਲੇ ਨੇ ਜਿਹੜੇ ਆਊਟ ਆਫ ਕੰਟਰੋਲ ਹਨ। ਇਸ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਨਵੇਂ ਇਵੈਕੂਏਸ਼ਨ ਆਰਡਰ ਜਾਰੀ ਕੀਤੇ ਗਏ ਨੇ। ਨਾਰਥ ਆਫ ਕੈਮਲੂਪਸ ਦੇ ਵਿੱਚ 40,000 ਹੈਕਟੇਅਰ ਤੱਕ ਅੱਗ ਫੈਲੀ ਹੋਈ ਹੈ। ਵਾਈਲਡ ਫਾਇਰ ਸਰਵਿਸ ਅਤੇ ਇਨਫੋਰਮੇਸ਼ਨ ਆਫੀਸਰ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇੱਥੇ ਗਰਮ ਅਤੇ ਡਰਾਈ ਵੈਦਰ ਫਾਇਰ ਫਾਈਟਰਸ ਦੇ ਵਾਸਤੇ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਸਾਵੋਨਾ ਦੇ ਨੇੜੇ ਵੀ 9 ਪ੍ਰਾਪਰਟੀਜ਼ ਦੇ ਵਾਸਤੇ ਇਵੈਕੂਏਸ਼ਨ ਆਰਡਰ ਜਾਰੀ ਕੀਤੇ ਗਏ ਹਨ। ਦੱਸ ਦਈਏ ਕਿ ਥਾਮਸ ਕ੍ਰੀਕ ਦੇ ਲਈ ਰਾਹਤ ਦੀ ਖਬਰ ਜ਼ਰੂਰ ਸਾਹਮਣੇ ਆਈ ਹੈ। ਇੱਥੇ ਹੁਣ ਸਥਿਤੀ ਕਾਬੂ ਦੇ ਵਿੱਚ ਹੁੰਦੀ ਹੋਈ ਦਿਖਾਈ ਦੇ ਰਹੀ ਹੈ। 77 ਘਰਾਂ ਦੇ ਮਾਲਕਾਂ ਨੂੰ ਘਰਾਂ ਦੇ ਵਿੱਚ ਵਾਪਸ ਜਾਣ ਦੇ ਵਾਸਤੇ ਵੀ ਕਿਹਾ ਜਾ ਚੁੱਕਿਆ ਹੈ। ਕੈਨੇਡਾ ਦੇ ਵਿੱਚ 50% ਤੋਂ ਵੱਧ ਆਬਾਦੀ ਨੂੰ ਕੋਵਿਡ-19 ਵੈਕਸੀਨ ਦੇ 2 ਸ਼ਾਟ ਲੱਗ ਚੁੱਕੇ ਹਨ, ਜਿਸ ਦਾ ਮਤਲਬ ਹੈ ਕਿ ਕੈਨੇਡਾ ਦੇ ਵਿੱਚ ਹੁਣ 50% ਤੋਂ ਵੱਧ ਫੁੱਲੀ ਵੈਕਸੀਨੇਟਡ ਹਨ।
ਵੱਖ-ਵੱਖ ਪ੍ਰੋਵਿੰਸਸ ਦੇ ਵਿੱਚ ਵੀ ਲਗਾਤਾਰ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਆਬਾਦੀ ਹੈ ਉਹਨਾਂ ਨੂੰ ਕੋਵਿਡ-19 ਵੈਕਸੀਨ ਲਗਾਈ ਜਾ ਰਹੀ ਹੈ ਤੇ ਹੁਣ ਕੈਨੇਡਾ ਦੇ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਵੀ ਕਾਫੀ ਹੱਦ ਤੱਕ ਘਟ ਚੁੱਕੇ ਨੇ। ਕੈਨੇਡਾ ਦੇ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਰਫ਼ਤਾਰ ਘਟ ਰਹੀ ਹੈ ਤੇ ਹੁਣ ਕੈਨੇਡਾ ਦੇ ਵਿੱਚ 50% ਦੀ ਆਬਾਦੀ ਨੂੰ ਕੋਵਿਡ-19 ਵੈਕਸੀਨ ਦੇ 2 ਡੋਜ਼ ਲਗਾਏ ਜਾ ਚੁੱਕੇ ਹਨ। ਜੀ ਹਾਂ, ਕੈਨੇਡਾ ਦੇ ਵਿੱਚ ਇਸ ਸਮੇਂ 50% ਤੋਂ ਵੱਧ ਕੈਨੇਡੀਅਨਸ ਫੁੱਲੀ ਵੈਕਸੀਨੇਟਡ ਨੇ। ਕੋਵਿਡ-19 ਵੈਕਸੀਨ ਟਰੈਕਰ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਕਿ ਕੈਨੇਡਾ ਦੇ ਵਿੱਚ 50.4% ਦੀ ਆਬਾਦੀ ਜਿਨ੍ਹਾਂ ਦੀ ਉਮਰ 12 ਸਾਲ ਅਤੇ ਇਸ ਤੋਂ ਵੱਧ ਹੈ, ਉਹਨਾਂ ਨੂੰ ਕੋਵਿਡ-19 ਵੈਕਸੀਨ ਦੇ 2 ਸ਼ਾਟ ਲਗਾਏ ਜਾ ਚੁੱਕੇ ਹਨ। ਪ੍ਰੋਵਿੰਸਸ ਦੇ ਵਿੱਚ ਵੈਕਸੀਨੇਸ਼ਨ ਦੇ ਨਾਲ ਸੰਬੰਧਿਤ ਅਲੱਗ-ਅਲੱਗ ਅੰਕੜਾ ਹੈ, ਜਿਸ ਦੇ ਮੁਤਾਬਕ ਮੈਨੀਟੋਬਾ ਦੇ ਵਿੱਚ 57% ਦੀ ਆਬਾਦੀ ਜਿਨ੍ਹਾਂ ਦੀ ਉਮਰ 12 ਸਾਲ ਅਤੇ ਇਸ ਤੋਂ ਵੱਧ ਹੈ, ਉਹਨਾਂ ਨੂੰ ਕੋਵਿਡ ਦੇ 2 ਸ਼ਾਟ ਲਗਾਏ ਜਾ ਚੁੱਕੇ ਹਨ। ਐਲਬਰਟਾ, ਸਸਕੈਚੁਆਨ, ਓਨਟਾਰੀਓ, ਨਿਊ ਬਰਨਸਵਿਕ ਦੇ ਵਿੱਚ ਵੀ 50% ਦੀ ਆਬਾਦੀ ਤੋਂ ਵੱਧ ਦਾ ਅੰਕੜਾ ਪਾਰ ਕਰ ਲਿਆ ਗਿਆ ਹੈ। ਕੈਨੇਡਾ ਦੇ ਵਿੱਚ ਇਸ ਸਮੇਂ 79% ਦੀ ਆਬਾਦੀ ਨੂੰ ਕੋਵਿਡ-19 ਵੈਕਸੀਨ ਦੀ 1 ਸ਼ਾਟ ਲਗਾਈ ਗਈ ਹੈ। ਹੈਲਥ ਆਫੀਸ਼ੀਅਲਸ ਦੇ ਵੱਲੋਂ ਲਗਾਤਾਰ ਕੈਨੇਡੀਅਨਸ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਕੋਵਿਡ-19 ਵੈਕਸੀਨ ਦਾ ਸ਼ਾਟ ਹਾਸਲ ਕਰਨ। ਡੈਲਟਾ ਵੇਰੀਐਂਟ ਦੇ ਫੈਲਾਅ ਤੋਂ ਬਾਅਦ ਇਹ ਗੱਲ ਜ਼ਿਆਦਾ ਦੁਹਰਾਈ ਜਾ ਰਹੀ ਹੈ। ਇਸ ਸਮੇਂ ਕੈਨੇਡਾ ਦੇ ਵਿੱਚ ਵੈਕਸੀਨੇਸ਼ਨ ਕਾਫੀ ਤੇਜ਼ੀ ਦੇ ਨਾਲ ਕੀਤੀ ਜਾ ਰਹੀ ਹੈ। ਇਸ ਦਾ ਨਤੀਜਾ ਇਹ ਹੈ ਕਿ ਹੁਣ ਕੋਰੋਨਾ ਮਾਮਲਿਆਂ ਦੇ ਵਿੱਚ ਵੀ ਗਿਰਾਵਟ ਹੋਣ ਲੱਗੀ ਹੈ। ਕੈਨੇਡਾ ਦੇ ਵੱਖ-ਵੱਖ ਪ੍ਰੋਵਿੰਸਸ ਦੇ ਵੱਲੋਂ ਰੀਓਪਨਿੰਗ ਪਲਾਨ ਦੇ ਤਹਿਤ ਹੁਣ ਪਾਬੰਦੀਆਂ ਦੇ ਵਿੱਚ ਢਿੱਲ ਦਿੱਤੀ ਜਾ ਚੁੱਕੀ ਹੈ, ਕਿਉਂਕਿ ਇਹਨਾਂ ਪ੍ਰੋਵਿੰਸਸ ਦੇ ਵਿੱਚ ਹੁਣ ਜ਼ਿਆਦਾਤਰ ਲੋਕਾਂ ਨੂੰ ਜਲਦ ਕੋਵਿਡ-19 ਵੈਕਸੀਨ ਲਗਾਈ ਜਾ ਰਹੀ ਹੈ। ਇੱਕ ਰਿਪੋਰਟ ਦੇ ਵਿੱਚ ਖੁਲਾਸਾ ਕੀਤਾ ਗਿਆ ਕਿ ਕਈ ਯਾਤਰੀਆਂ ਦੇ ਬਾਰੇ ਫੈਡਰਲ ਸਰਕਾਰ ਨੂੰ ਜਾਣਕਾਰੀ ਨਹੀਂ ਹੈ ਕਿ ਉਹਨਾਂ ਵੱਲੋਂ ਕੁਆਰੰਟਾਈਨ ਕੀਤਾ ਗਿਆ ਜਾਂ ਫਿਰ ਨਹੀਂ। ਕੈਨੇਡਾ ਵੱਲੋਂ ਕੋਰੋਨਾ ਵਾਇਰਸ ਦੇ ਦੌਰਾਨ ਕੁਆਰੰਟਾਈਨ ਦੇ ਨਿਯਮ ਸਖਤ ਕੀਤੇ ਗਏ ਸਨ। ਇਸ ਦੌਰਾਨ ਰਿਪੋਰਟ ਜੋ ਸਾਹਮਣੇ ਆਈ ਹੈ ਉਸ ਦੇ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਨੂੰ 66% ਦੀ ਟਰੈਵਲਰਸ ਦੇ ਬਾਰੇ ਇਹ ਨਹੀਂ ਪਤਾ ਕਿ ਉਹਨਾਂ ਵੱਲੋਂ ਕੁਆਰੰਟਾਈਨ ਕੀਤਾ ਗਿਆ ਜਾਂ ਫਿਰ ਨਹੀਂ। ਇੱਕ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਹੈ ਕਿ ਫੈਡਰਲ ਸਰਕਾਰ ਨੂੰ ਨਹੀਂ ਪਤਾ ਕਿ 66% ਦੀ ਆਉਣ ਵਾਲੇ ਯਾਤਰੀਆਂ ਵੱਲੋਂ ਕੁਆਰੰਟਾਈਨ ਕੀਤਾ ਗਿਆ ਜਾਂ ਫਿਰ ਨਹੀਂ। ਇਹ ਯਾਤਰੀ ਉਹ ਹਨ ਜਿਨ੍ਹਾਂ ਵੱਲੋਂ ਕੋਰੋਨਾ ਵਾਇਰਸ ਦੀ ਪਹਿਲੀ ਲਹਿਰ ਦੇ ਦੌਰਾਨ ਯਾਤਰਾ ਕੀਤੀ ਗਈ। ਆਡੀਟਰ ਜਨਰਲ ਆਫ ਕੈਨੇਡਾ ਦੀ ਇੱਕ ਰਿਪੋਰਟ ਦੇ ਵਿੱਚ ਇਹ ਖੁਲਾਸਾ ਹੋਇਆ ਹੈ, ਜਿੱਥੇ ਉਹਨਾਂ ਨੇ ਦੱਸਿਆ ਹੈ ਕਿ ਫੈਡਰਲ ਸਰਕਾਰ ਨੂੰ ਇਸ ਦੇ ਬਾਰੇ ਅਜੇ ਨਹੀਂ ਪਤਾ ਕਿ 2/3 ਯਾਤਰੀਆਂ ਵੱਲੋਂ ਕੈਨੇਡਾ ਦੇ ਵਿੱਚ 14 ਦਿਨਾਂ ਦੇ ਲਈ ਕੁਆਰੰਟਾਈਨ ਕੀਤਾ ਗਿਆ ਜਾਂ ਫਿਰ ਨਹੀਂ। ਕੈਨੇਡਾ ਸਰਕਾਰ ਵੱਲੋਂ ਮਾਰਚ 25, 2020 ਨੂੰ ਐਲਾਨ ਕੀਤਾ ਗਿਆ ਕਿ ਕੋਰੋਨਾ ਵਾਇਰਸ ਦੇ ਦੌਰਾਨ ਇੱਥੇ ਆਉਣ ਵਾਲੇ ਹਰ ਯਾਤਰੀ ਨੂੰ ਲਾਜ਼ਮੀ ਤੌਰ ਦੇ ਉੱਪਰ ਕੁਆਰੰਟਾਈਨ ਕਰਨਾ ਪਵੇਗਾ। ਇਸ ਦੌਰਾਨ ਮਈ 5 ਤੋਂ ਜੂਨ 30 ਦੇ ਵਿਚਕਾਰ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਨੂੰ ਇਹ ਜਾਣਕਾਰੀ ਨਹੀਂ ਹੈ ਕਿ ਜਿਹੜੇ 66% ਦੀ ਯਾਤਰੀ ਆਏ ਉਹਨਾਂ ਵੱਲੋਂ ਕੁਆਰੰਟਾਈਨ ਦੇ ਨਿਯਮ ਮੰਨੇ ਗਏ ਜਾਂ ਫਿਰ ਨਹੀਂ। ਇਸ ਰਿਪੋਰਟ ਦੇ ਵਿੱਚ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਮਈ 5 ਤੋਂ ਲੈ ਕੇ ਜੂਨ 30, 2020 ਦੇ ਦੌਰਾਨ 60% ਦੀ ਆਉਣ ਵਾਲੀ ਯਾਤਰੀਆਂ ਨੂੰ ਇੱਕ ਫੋਨ ਕਾਲ ਕਰਕੇ ਜਾਣਕਾਰੀ ਲਈ ਗਈ ਕਿ ਉਹਨਾਂ ਵੱਲੋਂ ਕੁਆਰੰਟਾਈਨ ਕੀਤਾ ਜਾ ਰਿਹਾ ਹੈ ਜਾਂ ਫਿਰ ਨਹੀਂ। ਇਸ ਦੇ ਵਿੱਚੋਂ 54% ਦੀ ਯਾਤਰੀ ਅਜਿਹੇ ਸਨ ਜਿਨ੍ਹਾਂ ਵੱਲੋਂ ਕੁਆਰੰਟਾਈਨ ਕੀਤਾ ਗਿਆ। 45% ਦੀ ਯਾਤਰੀਆਂ ਦੀ ਗਿਣਤੀ ਅਜਿਹੀ ਵੀ ਹੈ ਜਿਨ੍ਹਾਂ ਤੱਕ ਹੈਲਥ ਕੈਨੇਡਾ ਦੀ ਪਹੁੰਚ ਨਹੀਂ ਹੋ ਸਕੀ। ਨਾਲ ਹੀ ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਹੈਲਥ ਏਜੰਸੀ ਦੇ ਕੋਲ ਆਉਣ ਵਾਲੇ 5 ਯਾਤਰੀਆਂ ਦੇ ਵਿੱਚੋਂ ਇੱਕ ਯਾਤਰੀ ਦੇ ਬਾਰੇ ਜਾਣਕਾਰੀ ਮਿਸਿੰਗ ਹੈ। ਕੱਲ ਕਿਲੋਨਾ ਦੇ ਵਿੱਚ ਇੱਕ ਕ੍ਰੇਨ ਹਾਦਸਾ ਵਾਪਰਿਆ ਸੀ। ਇਸ ਦੇ ਨਾਲ ਸੰਬੰਧਿਤ ਪੁਲਿਸ ਵੱਲੋਂ ਅਪਡੇਟ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਕਿ ਕਿਲੋਨਾ ਦੇ ਵਿੱਚ ਜੋ ਕ੍ਰੇਨ ਹਾਦਸਾ ਵਾਪਰਿਆ ਇਸ ਦੌਰਾਨ 5 ਜਾਣਿਆਂ ਦੀ ਮੌਤ ਹੋ ਗਈ ਹੈ। ਪੁਲਿਸ ਨੇ ਦੱਸਿਆ ਹੈ ਕਿ 4 ਜਾਣਿਆਂ ਦੀ ਮੌਤ ਇਸ ਹਾਦਸੇ ਦੇ ਵਿੱਚ ਹੋਈ ਅਤੇ ਇੱਕ ਦੀ ਮੌਤ ਮਲਬੇ ਹੇਠਾਂ ਦੱਬਣ ਦੇ ਕਾਰਨ ਹੋਈ ਹੈ। ਬ੍ਰਿਟਿਸ਼ ਕੋਲੰਬੀਆ ਕਿਲੋਨਾ ਦੇ ਵਿੱਚ ਜੋ ਕ੍ਰੇਨ ਹਾਦਸਾ ਵਾਪਰਿਆ ਇਸ ਦੇ ਵਿੱਚ 5 ਜਾਣਿਆਂ ਦੀ ਜਾਨ ਚਲੀ ਗਈ। ਇਸ ਦੀ ਜਾਣਕਾਰੀ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਹੈ। ਪੁਲਿਸ ਵੱਲੋਂ ਇਸ ਬਾਰੇ ਪੁਸ਼ਟੀ ਕੀਤੀ ਗਈ ਕਿ ਇਸ ਕ੍ਰੇਨ ਹਾਦਸੇ ਦੇ ਵਿੱਚ 4 ਜਾਣਿਆਂ ਦੀ ਜਾਨ ਚਲੀ ਗਈ। ਨਾਲ ਹੀ ਉਹਨਾਂ ਇਹ ਵੀ ਦੱਸਿਆ ਕਿ 5ਵੇਂ ਵਿਅਕਤੀ ਦੀ ਮਲਬੇ ਹੇਠਾਂ ਦੱਬਣ ਦੇ ਕਾਰਨ ਜਾਨ ਚਲੀ ਗਈ। ਕੈਲੋਨਾ RCMP ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਦੇ ਵਿੱਚ ਉਹਨਾਂ ਨੇ ਇਸ ਘਟਨਾ ਸੰਬੰਧੀ ਸਾਰੀ ਜਾਣਕਾਰੀ ਸਾਂਝੀ ਕੀਤੀ। ਦੱਸਦੀਏ ਕਿ ਸੇਂਟ ਪੌਲ ਸਟਰੀਟ ਦੇ 1400 ਬਲਾਕ ਦੇ ਵਿੱਚ ਇਹ ਹਾਦਸਾ ਵਾਪਰਿਆ। ਘਟਨਾ ਵਾਲੀ ਥਾਂ ਦੇ ਉੱਪਰ 4 ਫੁੱਲਾਂ ਦੇ ਬੁੱਕੇ ਦਿਖਾਈ ਦਿੱਤੇ। RCMP ਇੰਸਪੈਕਟਰ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਇਸ ਦੌਰਾਨ 4 ਵਿਅਕਤੀਆਂ ਦੀ ਜਾਨ ਚਲੀ ਗਈ ਹੈ। ਨਾਲ ਹੀ ਉਹਨਾਂ ਇਹ ਵੀ ਦੱਸਿਆ ਕਿ 4 ਮਰਨ ਵਾਲੇ ਮੇਲ ਹਨ। ਇਨ੍ਹਾਂ ਵਿੱਚੋਂ ਇੱਕ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ, ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਇਸ ਦੌਰਾਨ ਜਿਹੜੇ 4 ਜਾਣਿਆਂ ਦੀ ਜਾਨ ਚਲੀ ਗਈ ਉਹ ਇਸ ਵਰਕ ਸਾਈਟ ਦੇ ਉੱਪਰ ਕੰਮ ਕਰਦੇ ਸਨ। ਪੁਲਿਸ ਵੱਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਹਾਦਸਾ ਕਿਸ ਤਰ੍ਹਾਂ ਵਾਪਰਿਆ। ਹੁਣ ਤੱਕ ਦੀ ਜਾਣਕਾਰੀ ਦੇ ਮੁਤਾਬਕ
ਇਸ ਘਟਨਾ ਦੇ ਵਿੱਚ 4 ਜਾਣਿਆਂ ਦੀ ਮੌਤ ਹੋ ਗਈ ਅਤੇ ਇੱਕ ਮਲਬੇ ਦੇ ਹੇਠਾਂ ਦੱਬਿਆ ਹੋਇਆ ਹੈ। ਕੈਲੋਨਾ RCMP ਦਾ ਕਹਿਣਾ ਹੈ ਕਿ ਕੁੱਲ 5 ਜਾਣਿਆਂ ਦੀ ਜਾਨ ਇਸ ਹਾਦਸੇ ਦੇ ਕਾਰਨ ਚਲੀ ਗਈ। ਲੰਡਨ ਓਨਟਾਰੀਓ ਦੇ ਵਿੱਚ ਇੱਕ ਹਾਦਸਾ ਵਾਪਰਿਆ ਜਿਸ ਦੌਰਾਨ 5 ਜਾਣੇ ਜ਼ਖਮੀ ਹੋਏ ਨੇ। ਪੁਲਿਸ ਵੱਲੋਂ ਇਸ ਮਾਮਲੇ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਕਿ 2 ਅਡਲਟਸ ਅਤੇ 3 ਬੱਚੇ ਇਸ ਦੌਰਾਨ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਗੰਭੀਰ ਸੱਟਾਂ ਆਈਆਂ। ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਲੰਡਨ ਓਨਟਾਰੀਓ ਦੇ ਵਿੱਚ ਹਾਦਸਾ ਵਾਪਰਿਆ ਜਿਸ ਦੌਰਾਨ 2 ਅਡਲਟਸ ਅਤੇ 3 ਬੱਚਿਆਂ ਨੂੰ ਗੰਭੀਰ ਸੱਟਾਂ ਆਈਆਂ ਨੇ। ਓਨਟਾਰੀਓ ਪ੍ਰੋਵਿਜ਼ਨਲ ਪੁਲਿਸ ਅਤੇ ਓਨਟਾਰੀਓ ਫਾਇਰ ਮਾਰਸ਼ਲਸ ਦੇ ਵੱਲੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਦੇ ਮੁਤਾਬਕ 6:50 ਦੇ ਕਰੀਬ ਐਮਰਜੈਂਸੀ ਕ੍ਰਿਊਜ਼ ਨੂੰ ਘਟਨਾ ਵਾਲੀ ਥਾਂ ਦੇ ਉੱਪਰ ਬੁਲਾਇਆ ਗਿਆ। ਇਸ ਹਾਦਸੇ ਦੇ ਵਿੱਚ ਇੱਕ 7 ਸਾਲਾ ਬੱਚੀ, 4 ਸਾਲਾ ਲੜਕਾ, 1 ਸਾਲ ਦੀ ਲੜਕੀ ਨੂੰ ਗੰਭੀਰ ਸੱਟਾਂ ਦੇ ਕਾਰਨ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਘਟਨਾ ਦੇ ਵਿੱਚ 33 ਸਾਲਾ ਵਿਅਕਤੀ ਅਤੇ 28 ਸਾਲਾ ਔਰਤ ਵੀ ਜ਼ਖਮੀ ਹੋਈ ਹੈ। ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹ ਘਟਨਾ ਵਾਲੀ ਥਾਂ ਦੇ ਉੱਪਰ ਮੌਜੂਦ ਨੇ ਤੇ ਉਹਨਾਂ ਵੱਲੋਂ ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਇਸ ਦੇ ਬਾਰੇ ਹੋਰ ਕੋਈ ਵੀ ਜਾਣਕਾਰੀ ਨਹੀਂ ਸਾਂਝੀ ਕੀਤੀ ਗਈ। ਸਿਰਫ ਇਹੀ ਦੱਸਿਆ ਗਿਆ ਕਿ ਲੰਡਨ ਓਨਟਾਰੀਓ ਦੇ ਵਿੱਚ ਜੋ ਫਾਇਰ ਪਿਟ ਇਨਸੀਡੈਂਟ ਹੋਇਆ ਉਸ ਦੇ ਵਿੱਚ 2 ਅਡਲਟਸ ਅਤੇ 3 ਬੱਚਿਆਂ ਨੂੰ ਗੰਭੀਰ ਸੱਟਾਂ ਆਈਆਂ, ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਵਾਸਤੇ ਭਰਤੀ ਕਰਵਾਇਆ ਗਿਆ ਹੈ। ਓਨਟਾਰੀਓ ਵੱਲੋਂ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਕਿ PNP ਡਰਾ ਦੇ ਵਾਸਤੇ ਕਿਸ ਤਰ੍ਹਾਂ ਅਰਜ਼ੀਆਂ ਜਮ੍ਹਾਂ ਕਰਵਾਈਆਂ ਜਾਣ। ਉਹਨਾਂ ਦਾ ਕਹਿਣਾ ਹੈ ਕਿ ਅਰਜ਼ੀ ਜਮ੍ਹਾਂ ਕਰਵਾਉਣ ਵਾਲੇ ਪੂਰੀ ਐਪਲੀਕੇਸ਼ਨ ਜਮ੍ਹਾਂ ਕਰਵਾਉਣ। ਜੇਕਰ ਇਸ ਦੇ ਵਿੱਚ ਕੁਝ ਵੀ ਅਧੂਰਾ ਹੋਵੇਗਾ ਤੇ ਅਰਜ਼ੀ ਵਾਪਸ ਮੋੜ ਦਿੱਤੀ ਜਾਵੇਗੀ। ਕਿਸ ਤਰ੍ਹਾਂ ਤੁਸੀਂ ਆਪਣੀ ਐਪਲੀਕੇਸ਼ਨ ਇਸ ਡਰਾ ਦੇ ਤਹਿਤ ਜਮ੍ਹਾਂ ਕਰਵਾ ਸਕਦੇ ਹੋ, ਸਾਰੀ ਜਾਣਕਾਰੀ ਤੁਹਾਡੇ ਨਾਲ ਇਸ ਖਬਰ ਦੇ ਵਿੱਚ ਸਾਂਝੀ ਕਰਾਂਗੇ। ਓਨਟਾਰੀਓ ਵੱਲੋਂ PNP ਅਰਜ਼ੀਆਂ ਜਮ੍ਹਾਂ ਕਰਵਾਉਣ ਦੇ ਵਾਸਤੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ। ਇਸ ਦੇ ਮੁਤਾਬਕ ਓਨਟਾਰੀਓ ਇਮੀਗ੍ਰੇਸ਼ਨ ਐਪਲੀਕੈਂਟਸ ਨੂੰ ਓਨਟਾਰੀਓ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਦੇ ਵਾਸਤੇ ਆਪਣੀ ਕੰਪਲੀਟ ਐਪਲੀਕੇਸ਼ਨ ਭੇਜਣੀ ਹੋਵੇਗੀ। ਜੇਕਰ ਇਸ ਦੇ ਵਿੱਚ ਕੁਝ ਵੀ ਅਧੂਰਾ ਹੋਵੇਗਾ ਤਾਂ ਇਸ ਅਰਜ਼ੀ ਨੂੰ ਵਾਪਸ ਕਰ ਦਿੱਤਾ ਜਾਵੇਗਾ। ਪ੍ਰੋਵਿੰਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਪ੍ਰੋਸੈਸਿੰਗ ਦੇ ਸਮੇਂ ਨੂੰ ਘੱਟ ਕੀਤਾ ਜਾ ਰਿਹਾ ਹੈ ਤੇ ਉਹਨਾਂ ਵੱਲੋਂ ਸਿਰਫ ਉਹੀ ਅਰਜ਼ੀਆਂ ਮਨਜ਼ੂਰ ਕੀਤੀਆਂ ਜਾਣਗੀਆਂ ਜਿਸ ਦੇ ਵਿੱਚ ਸਾਰੀਆਂ ਚੀਜ਼ਾਂ ਹੋਣਗੀਆਂ, ਜਿਸ ਦਾ ਮਤਲਬ ਹੈ ਕਿ ਕੰਪਲੀਟ ਐਪਲੀਕੇਸ਼ਨਸ ਹੀ ਮਨਜ਼ੂਰ ਕੀਤੀਆਂ ਜਾਣਗੀਆਂ। ਇਹ ਹਦਾਇਤਾਂ ਓਨਟਾਰੀਓ ਐਕਸਪ੍ਰੈਸ ਐਂਟਰੀ ਅਤੇ ਐਕਸਪ੍ਰੈਸ਼ਨ ਆਫ ਇੰਟਰਸਟ ਉਮੀਦਵਾਰਾਂ ਦੇ ਲਈ ਜਾਰੀ ਕੀਤੀਆਂ ਗਈਆਂ ਨੇ। ਜੇਕਰ ਤੁਸੀਂ ਐਕਸਪ੍ਰੈਸ ਐਂਟਰੀ ਸਟਰੀਮ ਦੇ ਅਧੀਨ ਅਪਲਾਈ ਕਰਨਾ ਚਾਹੁੰਦੇ ਹੋ ਤੇ ਤੁਹਾਡੇ ਕੋਲ ਫੋਰਨ ਐਜੂਕੇਸ਼ਨ ਹੈ ਤਾਂ ਐਜੂਕੇਸ਼ਨ ਦੇ ਲਈ ਪੁਆਇੰਟ ਹਾਸਲ ਕਰਨ ਦੇ ਵਾਸਤੇ ਤੁਹਾਡੇ ਕੋਲ ਐਜੂਕੇਸ਼ਨਲ ਕ੍ਰੈਡੈਂਸ਼ੀਅਲ ਅਸੈਸਮੈਂਟ ਹੋਣੀ ਜ਼ਰੂਰੀ ਹੈ। ਪ੍ਰੋਵਿੰਸ ਦਾ ਕਹਿਣਾ ਹੈ ਕਿ ਤੁਹਾਨੂੰ ਜ਼ਰੂਰਤ ਹੈ ਕਿ ਤੁਸੀਂ WES ਨੂੰ ਆਥੋਰਾਈਜ਼ ਕਰੋ ਤਾਂ ਕਿ ਤੁਸੀਂ ਆਪਣੇ ECA ਦੀ ਕਾਪੀ ਜਮ੍ਹਾਂ ਕਰਵਾ ਸਕੋ। ਇਸ ਦੇ ਵਾਸਤੇ ਤੁਹਾਨੂੰ ECA ਰਿਪੋਰਟ ਦੀ ਐਡੀਸ਼ਨਲ ਰਿਪੋਰਟ ਆਰਡਰ ਕਰਨੀ ਹੋਵੇਗੀ। ਜੇਕਰ ਤੁਸੀਂ WES ਨੂੰ ਆਥੋਰਾਈਜ਼ ਨਹੀਂ ਕਰਵਾਉਂਦੇ ਤਾਂ ਇਸ ਦੇ ਕਾਰਨ ਤੁਹਾਡੀ ਅਰਜ਼ੀ ਵਾਪਸ ਕਰ ਦਿੱਤੀ ਜਾਵੇਗੀ, ਕਿਉਂਕਿ ਇਸ ਐਪਲੀਕੇਸ਼ਨ ਨੂੰ ਅਧੂਰੀ ਮੰਨਿਆ ਜਾਵੇਗਾ। ਜੇਕਰ ਤੁਸੀਂ ਐਕਸਪ੍ਰੈਸ਼ਨ ਆਫ ਇੰਟਰਸਟ ਸਟਰੀਮ ਦੇ ਅਧੀਨ ਆਪਣੀ ਐਪਲੀਕੇਸ਼ਨ ਜਮ੍ਹਾਂ ਕਰਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਅਟੈਸਟੇਸ਼ਨ ਫਾਰਮ ਦੀ PDF ਕਾਪੀ ਜਮ੍ਹਾਂ ਕਰਵਾਉਣੀ ਹੋਵੇਗੀ। ਇਹ ਪ੍ਰਿੰਟਡ ਹੋਣੀ ਚਾਹੀਦੀ ਹੈ ਤੇ ਐਪਲੀਕੈਂਟ ਵੱਲੋਂ ਇੰਕ ਦੇ ਨਾਲ ਇਸ ਦੇ ਉੱਪਰ ਆਪਣੇ ਦਸਤਖਤ ਕੀਤੇ ਹੋਣੇ ਜ਼ਰੂਰੀ ਨੇ। ਜੇਕਰ ਇਸ ਦੇ ਉੱਪਰ ਦਸਤਖਤ ਨਹੀਂ ਕੀਤੇ ਹੋਣਗੇ ਤਾਂ ਅਰਜ਼ੀ ਨੂੰ ਵਾਪਸ ਕਰ ਦਿੱਤਾ ਜਾਵੇਗਾ। ਵਿਸ਼ਵ ਸਿਹਤ ਸੰਗਠਨ ਵੱਲੋਂ ਕੋਵਿਡ-19 ਵੈਕਸੀਨ ਮਿਕਸ ਐਂਡ ਮੈਚ ਕਰਕੇ ਲਗਾਉਣ ਸੰਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਗਏ। ਇਸ ਦੇ ਉੱਪਰ ਡਾਕਟਰਾਂ ਵੱਲੋਂ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਸਿਹਤ ਸੰਗਠਨ ਦੇ ਜਿਹੜੀ ਰეკਮੈਂਡੇਸ਼ਨ ਹੈ ਉਸ ਦੇ ਆਧਾਰ ਦੇ ਉੱਪਰ ਹੀ ਅਜਿਹਾ ਕੀਤਾ ਜਾ ਰਿਹਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਇਸ ਦੇ ਨਾਲ ਸੰਬੰਧਿਤ ਆਪਣੇ ਵਿਚਾਰ ਸਾਂਝੇ ਕੀਤੇ ਗਏ ਨੇ। ਵਿਸ਼ਵ ਸਿਹਤ ਸੰਗਠਨ ਵੱਲੋਂ ਕੋਵਿਡ-19 ਵੈਕਸੀਨ ਨੂੰ ਮਿਕਸ ਐਂਡ ਮੈਚ ਕਰਕੇ ਲਗਾਉਣ ਤੋਂ ਬਾਅਦ ਆਪਣੇ ਵਿਚਾਰ ਸਾਂਝੇ ਕੀਤੇ ਗਏ, ਜਿੱਥੇ ਵਿਸ਼ਵ ਸਿਹਤ ਸੰਗਠਨ ਵੱਲੋਂ ਅਜਿਹਾ ਨਾ ਕਰਨ ਦੀ ਸਲਾਹ ਦਿੱਤੀ ਗਈ। ਕੈਨੇਡਾ ਦੇ ਵਿੱਚ ਕੋਵਿਡ-19 ਵੈਕਸੀਨ ਮਿਕਸ ਐਂਡ ਮੈਚ ਕਰਕੇ ਲਗਾਈ ਜਾਂਦੀ ਹੈ। ਵੱਖ-ਵੱਖ ਪ੍ਰੋਵਿੰਸਸ ਦੇ ਵਿੱਚ ਜਿਨ੍ਹਾਂ ਵੱਲੋਂ ਐਸਟ੍ਰਾਜੈਨੇਕਾ ਵੈਕਸੀਨ ਦਾ ਪਹਿਲਾ ਸ਼ਾਟ ਹਾਸਲ ਕੀਤਾ ਗਿਆ, ਉਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਕੋਈ ਵੀ mRNA ਵੈਕਸੀਨ ਦੀ ਉਹ ਦੂਸਰੀ ਸ਼ਾਟ ਲਗਵਾ ਸਕਦੇ ਨੇ। ਵਿਸ਼ਵ ਸਿਹਤ ਸੰਗਠਨ ਦੇ ਚੀਫ ਸਾਇੰਟਿਸਟ ਦੇ ਕਮੈਂਟ ਤੋਂ ਬਾਅਦ ਡਾਕਟਰਸ ਦੇ ਵੱਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ ਨੇ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਅਜਿਹਾ ਪਬਲਿਕ ਹੈਲਥ ਗਾਈਡਲਾਈਨਸ ਦੇ ਤਹਿਤ ਹੀ ਕੀਤਾ ਜਾ ਰਿਹਾ ਹੈ, ਕਿਉਂਕਿ ਪਬਲਿਕ ਹੈਲਥ ਗਾਈਡਲਾਈਨਸ ਦੇ ਮੁਤਾਬਕ ਅਜਿਹਾ ਕਰਨਾ ਸੁਰੱਖਿਅਤ ਹੈ, ਜਿਸ ਦਾ ਮਤਲਬ ਹੈ ਕਿ ਕੋਵਿਡ-19 ਵੈਕਸੀਨ ਮਿਕਸ ਐਂਡ ਮੈਚ ਕਰਕੇ ਲਗਾਏ ਜਾ ਸਕਦੇ ਨੇ। ਇਸ ਉੱਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਵੀ ਬਿਆਨ ਸਾਹਮਣੇ ਆਇਆ ਹੈ।
ਪ੍ਰਧਾਨ ਮੰਤਰੀ ਵੱਲੋਂ ਕੈਨੇਡਾ ਦੀ ਵੈਕਸੀਨ ਦੇ ਨਾਲ ਸੰਬੰਧਿਤ ਸਟ੍ਰੈਟਜੀ ਨੂੰ ਵਧੀਆ ਦੱਸਿਆ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਕਰੋਨਾ ਵਾਇਰਸ ਦੇ ਮਾਮਲੇ ਕੈਨੇਡਾ ਦੇ ਵਿੱਚ ਘੱਟ ਹੋਣ ਲੱਗੇ ਨੇ। ਦੱਸੀਏ ਕਿ ਕੈਨੇਡਾ ਦੇ ਵਿੱਚ 50% ਤੋਂ ਵੱਧ ਆਬਾਦੀ ਨੂੰ ਕੋਵਿਡ-19 ਵੈਕਸੀਨ ਦੀਆਂ 2 ਡੋਜ਼ ਲਗਾਈਆਂ ਜਾ ਚੁੱਕੀਆਂ ਨੇ। 99% ਦੇ ਕਰੀਬ ਆਬਾਦੀ ਨੂੰ ਕੋਵਿਡ-19 ਵੈਕਸੀਨ ਦੀ 1 ਡੋਜ਼ ਲੱਗ ਚੁੱਕੀ ਹੈ। ਇਸ ਦੌਰਾਨ ਕਈ ਅਜਿਹੇ ਕੈਨੇਡੀਅਨਸ ਨੇ ਜਿਨ੍ਹਾਂ ਵੱਲੋਂ ਮਿਕਸ ਅਤੇ ਮੈਚ ਕਰਕੇ ਕੋਵਿਡ-19 ਵੈਕਸੀਨ ਲਗਵਾਈ ਗਈ ਹੈ ਤੇ ਉਹਨਾਂ ਦੇ ਉੱਪਰ ਇਸ ਦਾ ਕੋਈ ਵੀ ਗਲਤ ਪ੍ਰਭਾਵ ਨਹੀਂ ਦਿਖਾਈ ਦਿੱਤਾ। ਸਰੀ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਸਰੀ ਦੇ ਇੱਕ ਵਿਅਕਤੀ ਦੇ ਉੱਪਰ ਚਾਰਜ ਲਗਾਏ ਗਏ। ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਵਿਅਕਤੀ ਦੇ ਉੱਪਰ ਚਾਰਜ ਇਸ ਕਰਕੇ ਲਗਾਏ ਗਏ ਕਿਉਂਕਿ ਇਸ ਵੱਲੋਂ ਗਲਤ ਡਰਾਈਵਿੰਗ ਕੀਤੀ ਜਾ ਰਹੀ ਸੀ। ਦੱਸ ਦਈਏ ਕਿ ਸਰੀ ਦੇ ਵਿੱਚ ਅਜਿਹੇ ਕਈ ਮਾਮਲੇ ਸਾਹਮਣੇ ਆਉਂਦੇ ਨੇ ਜਿੱਥੇ ਗਲਤ ਡਰਾਈਵਿੰਗ ਦੇ ਕਾਰਨ ਸੜਕ ਹਾਦਸੇ ਵਾਪਰਦੇ ਨੇ ਤੇ ਇਸ ਦੌਰਾਨ ਕਈਆਂ ਦੀ ਜਾਨ ਚਲੀ ਜਾਂਦੀ ਹੈ। ਸਰੀ ਤੋਂ ਇੰਪੇਅਰਡ ਡਰਾਈਵਿੰਗ ਦੇ ਨਾਲ ਜੁੜਿਆ ਹੋਇਆ ਮਾਮਲਾ ਸਾਹਮਣੇ ਆਇਆ ਹੈ। ਇੱਥੇ 43 ਸਾਲਾ ਸਰੀ ਦੇ ਵਿਅਕਤੀ ਦੇ ਉੱਪਰ ਗਲਤ ਡਰਾਈਵਿੰਗ ਦੇ ਕਾਰਨ ਚਾਰਜ ਲਗਾਏ ਗਏ। ਇਸ ਦੇ ਨਾਲ ਹੀ ਇਸ ਵਿਅਕਤੀ ਦੇ ਉੱਪਰ ਵਾਈਟ ਰੌਕ ਪੁਲਿਸ ਦੇ ਵਾਹਨ ਨੂੰ ਨੁਕਸਾਨ ਪਹੁੰਚਾਉਣ ਦੇ ਕਾਰਨ ਵੀ ਚਾਰਜ ਲਗਾਏ ਗਏ ਨੇ। ਇਸ ਦੀ ਜਾਣਕਾਰੀ ਪੁਲਿਸ ਵੱਲੋਂ ਰਿਲੀਜ਼ ਦੇ ਵਿੱਚ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਕਿ ਪੁਲਿਸ ਨੂੰ 11 ਜੁਲਾਈ 1 ਵਜੇ ਦੇ ਕਰੀਬ ਇਸ ਸੰਬੰਧੀ ਜਾਣਕਾਰੀ ਮਿਲੀ, ਜਿੱਥੇ ਦੱਸਿਆ ਗਿਆ ਕਿ ਟਰੱਕ ਨੇ ਕੰਕਰੀਟ ਬੈਰੀਅਰ ਦੇ ਵਿੱਚ ਟੱਕਰ ਮਾਰੀ ਹੈ। ਇਸੇ ਡਰਾਈਵਰ ਨੇ ਵਾਈਡਲ ਸਟਰੀਟ ਕੌਂਡੋ ਪਿਲਰ ਨੂੰ ਵੀ ਹਿੱਟ ਕੀਤਾ। ਇਸ ਤੋਂ ਬਾਅਦ ਵਾਈਟ ਰੌਕ ਆਫੀਸਰਸ ਦੇ ਵੱਲੋਂ ਟ੍ਰੈਫਿਕ ਸਟਾਪ ਲਗਾਇਆ ਗਿਆ। ਬਾਅਦ ਦੇ ਵਿੱਚ ਇਹ ਟਰੱਕ ਸਾਊਥ ਸਰੀ ਘਰ ਦੇ ਬਾਹਰ ਮਿਲਿਆ, ਜੋ ਕਿ ਕਿੰਗ ਜਾਰਜ ਬਵਿਲਡਰਡ ਅਤੇ 152 ਸਟਰੀਟ ਦੇ ਘਰ ਦੇ ਬਾਹਰ ਮਿਲਿਆ। ਰਿਲੀਜ਼ ਦੇ ਵਿੱਚ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਡਰਾਈਵਰ ਵੱਲੋਂ ਆਪਣੇ ਘਰ ਨੂੰ ਵੀ ਹਿੱਟ ਕੀਤਾ ਗਿਆ। ਉਸ ਵੱਲੋਂ ਆਪਣੇ ਵਾਹਨ ਨੂੰ ਪਾਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸ ਡਰਾਈਵਰ ਦੇ ਉੱਪਰ ਖਤਰਨਾਕ ਡਰਾਈਵਿੰਗ ਦੇ ਜੋ ਐਲੀਗੇਸ਼ਨ ਲੱਗੇ ਨੇ, ਇਸ ਦੀ ਵਾਈਟ ਰੌਕ RCMP ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਉਹ ਵੀਡੀਓ ਦੇਖੀ ਗਈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਡਰਾਈਵਰ ਵੱਲੋਂ ਕਿਸ ਤਰ੍ਹਾਂ ਡਰਾਈਵਿੰਗ ਕੀਤੀ ਜਾ ਰਹੀ ਸੀ ਤੇ ਨਾਲ ਹੀ ਉਹਨਾਂ ਨੇ ਉਸ ਵਿਅਕਤੀ ਦਾ ਵੀ ਧੰਨਵਾਦ ਕੀਤਾ ਜਿਸ ਵੱਲੋਂ 911 ਦੇ ਉੱਪਰ ਕਾਲ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ। ਦੱਸਣਯੋਗ ਹੈ ਕਿ ICBC ਵੱਲੋਂ ਅੰਕੜਾ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਗਲਤ ਡਰਾਈਵਿੰਗ ਦੇ ਕਾਰਨ ਕਈਆਂ ਦੀ ਜਾਨ ਜਾ ਚੁੱਕੀ ਹੈ। ਇਹ ਜਾਣਕਾਰੀ ਉਹਨਾਂ ਵੱਲੋਂ ਜੁਲਾਈ 3 ਨੂੰ ਸਾਂਝੀ ਕੀਤੀ ਗਈ ਸੀ, ਜਿੱਥੇ ਉਹਨਾਂ ਨੇ ਦੱਸਿਆ ਸੀ ਕਿ ਹਰ ਸਾਲ 67 ਲੋਕਾਂ ਦੀ ਜਾਨ ਇਸ ਗਲਤ ਡਰਾਈਵਿੰਗ ਦੇ ਕਾਰਨ ਚਲੀ ਜਾਂਦੀ ਹੈ। ਓਨਟਾਰੀਓ ਵੱਲੋਂ ਰਿਕਾਰਡ ਤੋੜ PNP ਡਰਾਅ ਦਾ ਐਲਾਨ ਕੀਤਾ ਗਿਆ ਜਿਸ ਦੇ ਵਿੱਚ ਵੱਡੀ ਗਿਣਤੀ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਓਨਟਾਰੀਓ ਵੱਲੋਂ ਜੋ ਇਹ ਡਰਾਅ ਕੱਢਿਆ ਗਿਆ ਉਸ ਦੇ ਤਹਿਤ 1000 ਤੋਂ ਵੱਧ ਉਮੀਦਵਾਰਾਂ ਨੂੰ ਇਨਵੀਟੇਸ਼ਨ ਹਾਸਲ ਹੋਏ ਨੇ। ਓਨਟਾਰੀਓ ਵੱਲੋਂ 3 ਵੱਡੇ PNP ਡਰਾਅ ਐਲਾਨ ਕੀਤੇ ਗਏ। ਇਹ ਡਰਾਅ ਫੋਰਨ ਵਰਕਰਸ, ਇੰਟਰਨੈਸ਼ਨਲ ਸਟੂਡੈਂਟਸ ਅਤੇ ਜਿਹੜੇ ਉਮੀਦਵਾਰਾਂ ਦੇ ਕੋਲ ਰੂਰਲ ਕਮਿਊਨਿਟੀਜ਼ ਦੇ ਵਾਸਤੇ ਜੌਬ ਆਫਰ ਸੀ ਉਹਨਾਂ ਵਾਸਤੇ ਐਲਾਨ ਕੀਤੇ ਗਏ। ਓਨਟਾਰੀਓ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਵੱਲੋਂ 1685 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ ਜਿਨ੍ਹਾਂ ਦੀ ਐਕਸਪ੍ਰੈਸ਼ਨ ਆਫ ਇੰਟਰਸਟ ਦੇ ਵਿੱਚ ਪ੍ਰੋਫਾਈਲ ਸੀ। ਇਸ ਮੇਜਰ ਡਰਾਅ ਦੇ ਵਿੱਚ 1211 ਇਨਵੀਟੇਸ਼ਨ ਉਹਨਾਂ ਉਮੀਦਵਾਰਾਂ ਨੂੰ ਦਿੱਤੇ ਗਏ ਜਿਹੜੇ ਫੋਰਨ ਵਰਕਰ ਸਟਰੀਮ ਦੇ ਵਾਸਤੇ ਐਲੀਜੀਬਲ ਸਨ। ਇਹਨਾਂ ਉਮੀਦਵਾਰਾਂ ਨੂੰ ਘੱਟੋ-ਘੱਟ 33 ਸਕੋਰਸ ਦੀ ਜ਼ਰੂਰਤ ਸੀ। 431 ਇਨਵੀਟੇਸ਼ਨ ਇੰਟਰਨੈਸ਼ਨਲ ਸਟੂਡੈਂਟ ਸਟਰੀਮ ਦੇ ਜ਼ਰੀਏ ਜਾਰੀ ਕੀਤੇ ਗਏ ਜਿਨ੍ਹਾਂ ਨੂੰ ਘੱਟੋ-ਘੱਟ 62 EOI ਸਕੋਰਸ ਦੀ ਜ਼ਰੂਰਤ ਸੀ। ਇਸ PNP ਡਰਾਅ ਦੇ ਵਿੱਚ 43 ਇਨਵੀਟੇਸ਼ਨ ਉਹਨਾਂ ਇਮੀਗ੍ਰੇਸ਼ਨ ਕੈਂਡੀਡੇਟਸ ਨੂੰ ਦਿੱਤੇ ਗਏ ਜਿਨ੍ਹਾਂ ਵੱਲੋਂ ਰੀਜਨਲ ਇਮੀਗ੍ਰੇਸ਼ਨ ਪਾਇਲਟ ਦੇ ਵਿੱਚ ਰਜਿਸਟ੍ਰੇਸ਼ਨ ਕਰਵਾਈ ਗਈ ਸੀ। ਇਸ ਡਰਾਅ ਦਾ ਐਲਾਨ ਓਨਟਾਰੀਓ ਵੱਲੋਂ ਜੁਲਾਈ 13 ਨੂੰ ਕੀਤਾ ਗਿਆ। ਇਸ ਮੇਜਰ ਡਰਾਅ ਦੇ ਵਿੱਚ ਕਈ ਉਮੀਦਵਾਰਾਂ ਦੀ ਕਿਸਮਤ ਜਾਗੀ ਹੈ ਜਿੱਥੇ ਵੱਡੀ ਗਿਣਤੀ ਦੇ ਵਿੱਚ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਵੈਨਕੂਵਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਵਿਅਕਤੀ ਵੱਲੋਂ ਦੂਸਰੇ ਵਿਅਕਤੀ ਦੇ ਉੱਪਰ ਤਲਵਾਰ ਦੇ ਨਾਲ ਹਮਲਾ ਕੀਤਾ ਗਿਆ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਦੌਰਾਨ 2 ਜਾਣੇ ਜ਼ਖਮੀ ਪਾਏ ਗਏ, ਜਿਸ ਦਾ ਮਤਲਬ ਹੈ ਕਿ ਜਿਸ ਵੱਲੋਂ ਹਮਲਾ ਕੀਤਾ ਗਿਆ ਤੇ ਜਿਸ ਉੱਪਰ ਹਮਲਾ ਕੀਤਾ ਗਿਆ ਉਹ ਦੋਨੋਂ ਜਾਣੇ ਜ਼ਖਮੀ ਨੇ। ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਵੈਨਕੂਵਰ ਤੋਂ ਇੱਕ ਬੜਾ ਹੀ ਅਜੀਬ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਵਿਅਕਤੀ ਵੱਲੋਂ ਦੂਸਰੇ ਵਿਅਕਤੀ ਦੇ ਉੱਪਰ ਕਿਰਪਾਨ ਦੇ ਨਾਲ ਹਮਲਾ ਕੀਤਾ ਗਿਆ। ਹੁਣ 2 ਜਾਣੇ ਇਸ ਘਟਨਾ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਵੈਨਕੂਵਰ ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿੱਥੇ ਉਹਨਾਂ ਨੇ ਦੱਸਿਆ ਕਿ ਸ਼ਾਮ ਨੂੰ 7:30 ਦੇ ਉੱਪਰ ਉਹਨਾਂ ਨੂੰ 911 ਦੇ ਉੱਪਰ ਕਾਲ ਆਈ। ਇਸ ਕਾਲ ਦੇ ਰਾਹੀਂ ਜਾਣਕਾਰੀ ਦਿੱਤੀ ਗਈ ਕਿ ਸਪਰੂਸ ਸਟਰੀਟ ਅਤੇ ਵੈਸਟ 12th ਐਵਨਿਊ ਦੇ ਨੇੜੇ ਇੱਕ ਵਿਅਕਤੀ ਵੱਲੋਂ ਦੂਸਰੇ ਵਿਅਕਤੀ ਦੇ ਉੱਪਰ ਸਵਾਰਡ ਦੇ ਨਾਲ ਹਮਲਾ ਕੀਤਾ ਜਾ ਰਿਹਾ ਹੈ। ਜਿਸ ਵਿਅਕਤੀ ਵੱਲੋਂ ਇਹ ਹਮਲਾ ਕੀਤਾ ਗਿਆ ਉਸ ਦੀ ਉਮਰ 29 ਸਾਲ ਦੇ ਕਰੀਬ ਦੱਸੀ ਗਈ ਹੈ।
ਆਫੀਸਰਸ ਦਾ ਕਹਿਣਾ ਹੈ ਕਿ ਸਸਪੈਕਟ ਵੱਲੋਂ ਆਪਣੇ ਆਪ ਨੂੰ ਵੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਪੁਲਿਸ ਮੌਕੇ ਦੇ ਉੱਪਰ ਪਹੁੰਚੀ ਤਾਂ ਇਸ ਵਿਅਕਤੀ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ, ਜਿੱਥੇ ਉਸ ਵੱਲੋਂ ਵਾਹਨ ਦੇ ਅੱਗੇ ਜੰਪ ਕੀਤਾ ਗਿਆ। ਜਦੋਂ ਇਸ ਵਿਅਕਤੀ ਵੱਲੋਂ ਪੁਲਿਸ ਦੀਆਂ ਕਮਾਂਡ ਮੰਨਣ ਤੋਂ ਮਨਾ ਕੀਤਾ ਗਿਆ ਤੇ ਪੁਲਿਸ ਵੱਲੋਂ ਬੀਨ ਬੈਗ ਸ਼ਾਟਗਨ ਦੀ ਵਰਤੋਂ ਕਰਦਿਆਂ ਇਸ ਵਿਅਕਤੀ ਨੂੰ ਕਸਟਡੀ ਦੇ ਵਿੱਚ ਲਿਆ ਗਿਆ। ਆਫੀਸਰਸ ਨੇ ਜਾਣਕਾਰੀ ਦਿੱਤੀ ਹੈ ਕਿ ਪਹਿਲਾਂ ਇਸ ਵਿਅਕਤੀ ਨੂੰ ਫਰਸਟ ਏਡ ਪਹੁੰਚਾਈ ਗਈ ਕਿਉਂਕਿ ਇਸ ਨੂੰ ਕੁਝ ਲਾਈਫ ਥ੍ਰੈਟਨਿੰਗ ਇੰਜਰੀਜ਼ ਆਈਆਂ ਸਨ। ਪੁਲਿਸ ਦਾ ਕਹਿਣਾ ਹੈ ਕਿ ਵਿਕਟਮ ਅਤੇ ਸਸਪੈਕਟ ਦੋਨੋਂ ਇੱਕ ਦੂਸਰੇ ਨੂੰ ਜਾਣਦੇ ਹਨ। ਜਾਣਕਾਰੀ ਦੇ ਮੁਤਾਬਕ ਇਹਨਾਂ ਦੋਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਅਜੇ ਇਸ ਸੰਬੰਧੀ ਕੋਈ ਵੀ ਚਾਰਜ ਨਹੀਂ ਲਗਾਏ ਗਏ। ਬ੍ਰਿਟਿਸ਼ ਕੋਲੰਬੀਆ ਤੋਂ ਮਾਮਲਾ ਸਾਹਮਣੇ ਆਇਆ, ਜਿੱਥੇ ਇੱਕ ਵਾਰ ਫਿਰ ਤੋਂ ਸਾਬਕਾ ਰਿਹਾਇਸ਼ੀ ਸਕੂਲ ਵਿੱਚੋਂ 160 ਬੇਨਾਮ ਕਬਰਾਂ ਮਿਲੀਆਂ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਵੀ ਇਸ ਨਾਲ ਸੰਬੰਧਿਤ ਬਿਆਨ ਸਾਹਮਣੇ ਆਇਆ ਹੈ, ਜਿੱਥੇ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਅਜਿਹਾ ਮਾਮਲਾ ਇੱਕ ਵਾਰ ਫਿਰ ਤੋਂ ਸਾਹਮਣੇ ਆਉਣ ਦੇ ਨਾਲ ਇੰਡੀਜੀਅਸ ਕਮਿਊਨਿਟੀ ਦਾ ਜਿਹੜਾ ਗਮ ਹੈ, ਦੁੱਖ ਹੈ, ਉਹ ਹੋਰ ਵੀ ਗਹਿਰਾ ਹੋ ਗਿਆ। ਕੈਨੇਡਾ ਦੇ ਵਿੱਚ ਇੱਕ ਵਾਰ ਫਿਰ ਤੋਂ ਬੇਨਾਮ ਕਬਰਾਂ ਮਿਲੀਆਂ ਹਨ। ਫਰਸਟ ਨੇਸ਼ਨ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਬ੍ਰਿਟਿਸ਼ ਕੋਲੰਬੀਆ ਆਈਲੈਂਡ ਤੋਂ 160 ਦੇ ਕਰੀਬ ਬੇਨਾਮ ਕਬਰਾਂ ਮਿਲੀਆਂ ਹਨ। ਇਹ ਜਾਣਕਾਰੀ ਸਦਰਨ ਗਲਫ ਆਈਲੈਂਡ ਦੇ ਬ੍ਰਿਟਿਸ਼ ਕੋਲੰਬੀਆ ਫਰਸਟ ਨੇਸ਼ਨ ਵੱਲੋਂ ਦਿੱਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਇੱਥੋਂ ਦੇ ਸਾਬਕਾ ਰਿਹਾਇਸ਼ੀ ਸਕੂਲ ਦੇ ਵਿੱਚੋਂ 160 ਬੇਨਾਮ ਕਬਰਾਂ ਮਿਲੀਆਂ ਹਨ। ਪੈਨੈਲਿਕਟ ਟ੍ਰਾਈਬ ਵੱਲੋਂ ਇਸ ਦੇ ਨਾਲ ਸੰਬੰਧਿਤ ਇੱਕ ਲੈਟਰ ਜਾਰੀ ਕੀਤਾ ਗਿਆ, ਜਿਸ ਦੇ ਵਿੱਚ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਸਾਬਕਾ ਰਿਹਾਇਸ਼ੀ ਸਕੂਲ ਦੇ ਵਿੱਚੋਂ ਕਬਰਾਂ ਮਿਲੀਆਂ ਨੇ। ਇਹ ਘਟਨਾ ਸਾਹਮਣੇ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਵੀ ਬਿਆਨ ਸਾਹਮਣੇ ਆਇਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਇੰਡੀਜੀਅਸ ਕਮਿਊਨਿਟੀਜ਼ ਦੇ ਨਾਲ ਇਸ ਦੇ ਉੱਪਰ ਕੰਮ ਕੀਤਾ ਜਾ ਰਿਹਾ ਹੈ। ਨੋਵਾ ਸਕੋਸ਼ੀਆ ਦੇ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਵਾਰ ਫਿਰ ਤੋਂ ਬੇਨਾਮ ਕਬਰਾਂ ਮਿਲਣ ਤੋਂ ਬਾਅਦ ਇੰਡੀਜੀਅਸ ਕਮਿਊਨਿਟੀ ਦਾ ਦੁੱਖ ਹੋਰ ਵੀ ਡੂੰਘਾ ਹੋ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਕਮਿਊਨਿਟੀ ਦੇ ਨਾਲ ਹਾਂ। ਇਸ ਦੇ ਬਾਰੇ ਪੈਨੈਲਿਕਟ ਟ੍ਰਾਈਬ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਜੁਲਾਈ ਮਹੀਨੇ ਦੇ ਆਖਿਰ ਅਤੇ ਅਗਸਤ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਉਹਨਾਂ ਵੱਲੋਂ ਅਵੇਅਰਨੈਸ ਫੈਲਾਈ ਜਾਏਗੀ। ਇਹ ਅਵੇਅਰਨੈਸ ਇਹਨਾਂ ਸਕੂਲਾਂ ਦੇ ਸਰਵਾਈਵਰਸ ਦੇ ਲਈ ਫੈਲਾਈ ਜਾਵੇਗੀ। ਦ ਨੈਸ਼ਨਲ ਸੈਂਟਰ ਫਾਰ ਟਰੂਥ ਐਂਡ ਰੀਕਨਸਾਈਲੇਸ਼ਨ ਐਟ ਦ ਯੂਨੀਵਰਸਿਟੀ ਆਫ ਮੈਨੀਟੋਬਾ ਵੱਲੋਂ 120 ਵਿਦਿਆਰਥੀਆਂ ਦੀ ਲਿਸਟ ਜਾਰੀ ਕੀਤੀ ਗਈ ਹੈ। ਇਸ ਦੇ ਵਿੱਚ ਉਹਨਾਂ 120 ਵਿਦਿਆਰਥੀਆਂ ਦੇ ਨਾਮ ਦੱਸੇ ਗਏ ਜਿਨ੍ਹਾਂ ਦੀ ਮੌਤ ਕੁਪਰ ਆਈਲੈਂਡ ਸਕੂਲ ਨੂੰ ਅਟੈਂਡ ਕਰਦੇ ਸਮੇਂ ਹੋਈ। ਇਹਨਾਂ ਵਿੱਚੋਂ 22 ਵਿਦਿਆਰਥੀ ਅਜਿਹੇ ਹਨ ਜਿਨ੍ਹਾਂ ਦੇ ਬਾਰੇ ਜਾਣਕਾਰੀ ਹੈ ਕਿ ਉਹਨਾਂ ਦੀ ਮੌਤ ਕਿਸ ਤਾਰੀਖ ਨੂੰ ਹੋਈ। ਇਸ ਤੋਂ ਪਹਿਲਾਂ ਵੀ ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਰਿਹਾਇਸ਼ੀ ਸਕੂਲ ਦੇ ਵਿੱਚੋਂ 215 ਬੱਚਿਆਂ ਦੇ ਰਿਮੇਨਸ ਬਰਾਮਦ ਹੋਏ ਸਨ। ਸਸਕੈਚੁਆਨ ਦੇ ਰਿਹਾਇਸ਼ੀ ਸਕੂਲ ਦੇ ਵਿੱਚੋਂ ਵੀ ਬੇਨਾਮ ਕਬਰਾਂ ਮਿਲੀਆਂ ਸਨ ਤੇ ਹੁਣ ਇੱਕ ਵਾਰ ਫਿਰ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ, ਜਿੱਥੇ ਬ੍ਰਿਟਿਸ਼ ਕੋਲੰਬੀਆ ਆਈਲੈਂਡ ਦੇ ਵਿੱਚੋਂ 160 ਦੇ ਕਰੀਬ ਬੇਨਾਮ ਕਬਰਾਂ ਮਿਲੀਆਂ। ਅਮਰੀਕਾ ਦੇ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜਿਹੜੇ ਅਮਰੀਕਨਸ ਦੇ ਵੱਲੋਂ ਕੋਵਿਡ-19 ਵੈਕਸੀਨ ਦੇ 2 ਸ਼ਾਟ ਲਗਵਾਏ ਗਏ, ਉਹਨਾਂ ਨੂੰ ਅਜੇ ਬੂਸਟਰ ਦੀ ਜ਼ਰੂਰਤ ਨਹੀਂ ਹੋਵੇਗੀ। ਇਸ ਦੇ ਨਾਲ ਸੰਬੰਧਿਤ ਉਹਨਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਅਮਰੀਕਾ ਦੇ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜਿਹੜੇ ਅਮਰੀਕਨਸ ਦੇ ਵੱਲੋਂ ਕੋਰੋਨਾ ਵੈਕਸੀਨ ਦੇ 2 ਡੋਜ਼ ਲਗਵਾਏ ਗਏ ਨੇ, ਉਹਨਾਂ ਨੂੰ ਅਜੇ ਬੂਸਟਰ ਦੀ ਜ਼ਰੂਰਤ ਨਹੀਂ ਹੈ। ਯੂਐਸ ਹੈਲਥ ਆਫੀਸ਼ੀਅਲਸ ਦੇ ਵੱਲੋਂ ਫਾਰਮਾਸਿਊਟੀਕਲ ਕੰਪਨੀ ਦੇ ਨਾਲ ਮੀਟਿੰਗ ਕੀਤੀ ਗਈ, ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜਿਹੜੇ ਅਮਰੀਕਨਸ ਨੇ ਕੋਵਿਡ-19 ਵੈਕਸੀਨ ਦੇ ਦੋਨੋਂ ਡੋਜ਼ ਹਾਸਲ ਕੀਤੇ ਨੇ, ਉਹਨਾਂ ਨੂੰ ਅਜੇ ਬੂਸਟਰ ਦੀ ਜ਼ਰੂਰਤ ਨਹੀਂ ਹੈ। ਇਹ ਜਾਣਕਾਰੀ ਹੈਲਥ ਐਂਡ ਹਿਊਮਨ ਸਰਵਿਸ ਡਿਪਾਰਟਮੈਂਟ ਦੇ ਸਪੋਕਸਪਰਸਨ ਵੱਲੋਂ ਸਾਂਝੀ ਕੀਤੀ ਗਈ। ਪਿਛਲੇ ਹਫ਼ਤੇ ਫਾਈਜ਼ਰ ਫਾਰਮਾਸਿਊਟੀਕਲ ਕੰਪਨੀ ਵੱਲੋਂ ਕਿਹਾ ਗਿਆ ਕਿ ਉਹਨਾਂ ਵੱਲੋਂ ਯੂਐਸ ਰੈਗੂਲੇਟਰਸ ਨੂੰ ਕਿਹਾ ਜਾ ਸਕਦਾ ਹੈ ਕਿ ਵੈਕਸੀਨ ਬੂਸਟਰ ਡੋਜ਼ ਨੂੰ ਆਥੋਰਾਈਜ਼ ਕੀਤਾ ਜਾਵੇ। ਇਹ ਕਦਮ ਫਾਈਜ਼ਰ ਫਾਰਮਾਸਿਊਟੀਕਲ ਕੰਪਨੀ ਵੱਲੋਂ ਡੈਲਟਾ ਵੇਰੀਐਂਟ ਦੇ ਕਾਰਨ ਚੁੱਕਿਆ ਗਿਆ, ਕਿਉਂਕਿ ਡੈਲਟਾ ਵੇਰੀਐਂਟ ਦਾ ਫੈਲਾਅ ਕਾਫੀ ਜ਼ਿਆਦਾ ਹੋ ਰਿਹਾ ਹੈ। ਇਸ ਦੇ ਕਰਕੇ ਫਾਰਮਾਸਿਊਟੀਕਲ ਕੰਪਨੀ ਫਾਈਜ਼ਰ ਵੱਲੋਂ ਕਿਹਾ ਗਿਆ ਕਿ ਜੇਕਰ ਕੋਵਿਡ-19 ਬੂਸਟਰ ਲਗਾਇਆ ਜਾਵੇਗਾ ਤਾਂ ਇਸ ਵੇਰੀਐਂਟ ਤੋਂ ਜ਼ਿਆਦਾ ਪ੍ਰੋਟੈਕਸ਼ਨ ਮਿਲ ਸਕਦੀ ਹੈ। ਦੱਸੀਏ ਕਿ ਡੈਲਟਾ ਵੇਰੀਐਂਟ ਸਭ ਤੋਂ ਪਹਿਲਾਂ ਭਾਰਤ ਦੇ ਵਿੱਚ ਪਾਇਆ ਗਿਆ। ਇਹ ਵੇਰੀਐਂਟ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਫੈਲਦਾ ਹੈ। ਕਈ ਦੇਸ਼ਾਂ ਦੇ ਵਿੱਚ ਇਸ ਦੇ ਨਾਲ ਸੰਬੰਧਿਤ ਮਾਮਲੇ ਸਾਹਮਣੇ ਆ ਰਹੇ ਹਨ। ਇਸ ਨੂੰ ਲੈ ਕੇ ਲਗਾਤਾਰ ਮਾਹਿਰਾਂ ਵੱਲੋਂ ਵੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਕਈ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵੇਰੀਐਂਟ ਦੇ ਵਾਸਤੇ ਬੂਸਟਰ ਲਗਵਾਉਣਾ ਜ਼ਰੂਰੀ ਹੋਵੇਗਾ। ਵਿਸ਼ਵ ਸਿਹਤ ਸੰਗਠਨ ਵੱਲੋਂ ਵੀ ਇਸ ਦੇ ਨਾਲ ਸੰਬੰਧਿਤ ਵਿਚਾਰ ਸਾਂਝੇ ਕੀਤੇ ਗਏ, ਜਿੱਥੇ ਉਹਨਾਂ ਨੇ ਕਿਹਾ ਕਿ ਅਜੇ ਬੂਸਟਰ ਸ਼ਾਟ ਆਰਡਰ ਨਾ ਕੀਤੇ ਜਾਣ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੰਗਲ ਦੀ ਅੱਗ ਦਾ ਕਹਿਰ ਦੇਖਣ ਨੂੰ ਮਿਲਿਆ। ਲਿਟਨ ਸ਼ਹਿਰ ਬੁਰੀ ਤਰ੍ਹਾਂ ਦੇ ਨਾਲ ਇਸ ਕਾਰਨ ਪ੍ਰਭਾਵਿਤ ਹੋਇਆ। 90% ਤੋਂ ਵੱਧ ਹਿੱਸਾ ਇਸ ਜੰਗਲ ਦੀ ਅੱਗ ਦੇ ਕਾਰਨ ਜਲ ਗਿਆ।
ਬਹੁਤ ਸਾਰੇ ਘਰ ਅਜਿਹੇ ਸਨ ਜਿਹੜੇ ਸੜ ਕੇ ਸੁਆਹ ਹੋ ਗਏ, ਪਰ ਹੁਣ ਲਿਟਨ ਦੇ ਵਿੱਚ 50 ਦੇ ਕਰੀਬ ਘਰ ਬਣਾਏ ਜਾਣਗੇ, ਜਿਸ ਦੇ ਵਾਸਤੇ ਇੱਕ 100 ਮਿਲ ਕੰਪਨੀ ਅੱਗੇ ਆਈ ਹੈ, ਜਿਨ੍ਹਾਂ ਵੱਲੋਂ ਇਸ ਦੇ ਲਈ ਡੋਨੇਸ਼ਨ ਦਿੱਤਾ ਜਾਵੇਗਾ। ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਲਿਟਨ ਦੇ ਵਿੱਚ ਜੰਗਲ ਦੀ ਅੱਗ ਦਾ ਕਹਿਰ ਦੇਖਣ ਨੂੰ ਮਿਲਿਆ। 90% ਤੋਂ ਵੱਧ ਹਿੱਸਾ ਇਸ ਅੱਗ ਦੇ ਕਾਰਨ ਪ੍ਰਭਾਵਿਤ ਹੋਇਆ। ਕਈ ਘਰ ਇਸ ਦੌਰਾਨ ਸੜ ਕੇ ਸਵਾਹ ਹੋ ਗਏ। ਇਸ ਦੌਰਾਨ ਸਰੀ 100 ਮਿਲ ਟੀਲ ਜੋਨਸ ਅੱਗੇ ਆਈ ਹੈ, ਜਿਨ੍ਹਾਂ ਵੱਲੋਂ ਸਰੀ ਦੇ ਵਿੱਚ 50 ਘਰ ਬਣਾਉਣ ਵਾਸਤੇ ਲੰਬਰ ਡੋਨੇਟ ਕੀਤੀ ਜਾਵੇਗੀ। ਇਸ 100 ਮਿਲ ਵੱਲੋਂ ਇੰਨੀ ਲੰਬਰ ਡੋਨੇਟ ਕੀਤੀ ਜਾਵੇਗੀ ਤਾਂ ਕਿ ਇੱਥੇ 50 ਘਰ ਅਤੇ ਬਿਲਡਿੰਗ ਬਣਾਈਆਂ ਜਾ ਸਕਣ, ਜਿਸ ਦਾ ਮਤਲਬ ਹੈ ਕਿ ਅੰਦਾਜ਼ਨ ਤੌਰ ਦੇ ਉੱਪਰ ਉਹਨਾਂ ਵੱਲੋਂ 500,000 ਬੋਰਡ ਫੀਟ ਡੋਨੇਟ ਕੀਤੀ ਜਾਵੇਗੀ। ਇਸ ਕੰਪਨੀ ਦੇ ਮਾਲਕ ਵੱਲੋਂ ਜਾਣਕਾਰੀ ਦਿੱਤੀ ਗਈ ਹੈ, ਜਿੱਥੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਲਿਟਨ ਵਾਸੀਆਂ ਦੇ ਵਾਸਤੇ ਕਾਫੀ ਬੁਰਾ ਫੀਲ ਹੋ ਰਿਹਾ ਹੈ, ਜਿਨ੍ਹਾਂ ਦੇ ਘਰ ਇਸ ਅੱਗ ਦੇ ਕਾਰਨ ਨੁਕਸਾਨੇ ਗਏ। ਟੀਲ ਜੋਨਸ ਦੇ ਵੱਲੋਂ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਨੇ ਇਸ ਦੇ ਨਾਲ ਸੰਬੰਧਿਤ ਸਾਰੀ ਜਾਣਕਾਰੀ ਦਿੱਤੀ। ਉਹਨਾਂ ਵੱਲੋਂ ਦੱਸਿਆ ਗਿਆ ਕਿ ਲਿਟਨ ਸ਼ਹਿਰ ਦੇ ਵਿੱਚ 50 ਘਰ ਬਣਾਉਣ ਦੇ ਵਾਸਤੇ ਉਹਨਾਂ ਵੱਲੋਂ ਡੋਨੇਸ਼ਨ ਦਿੱਤਾ ਜਾ ਰਿਹਾ ਹੈ, ਜੋ ਕਿ ਉਹਨਾਂ ਵੱਲੋਂ ਲੰਬਰ ਡੋਨੇਟ ਕੀਤੀ ਜਾਵੇਗੀ। ਦੱਸ ਦਈਏ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੰਗਲ ਦੀ ਅੱਗ ਦਾ ਕਹਿਰ ਦੇਖਣ ਨੂੰ ਮਿਲਿਆ। ਲਿਟਨ ਸ਼ਹਿਰ ਦੇ ਵਿੱਚ ਇਸ ਦਾ ਕਾਫੀ ਜ਼ਿਆਦਾ ਪ੍ਰਭਾਵ ਦਿਖਾਈ ਦਿੱਤਾ। ਲਿਟਨ ਵਾਸੀਆਂ ਦੇ ਘਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ, ਜਿਸ ਤੋਂ ਬਾਅਦ ਇਹਨਾਂ ਘਰਾਂ ਨੂੰ ਹੁਣ ਮੁੜ ਤੋਂ ਬਣਾਇਆ ਜਾਵੇਗਾ। ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕਰੋਨਾ ਦੇ ਮਾਮਲੇ ਸਾਹਮਣੇ ਆਏ, ਕੈਨੇਡਾ ਦੇ ਵਿੱਚ ਕਰੋਨਾ ਵਾਇਰਸ ਦੇ ਕੀ ਹਾਲਾਤ ਨੇ, ਸਾਰੀ ਜਾਣਕਾਰੀ ਤੁਹਾਡੇ ਨਾਲ ਇਸ ਖਬਰ ਦੇ ਵਿੱਚ ਸਾਂਝੀ ਕਰਾਂਗੇ। ਓਨਟਾਰੀਓ ਤੋਂ 24 ਘੰਟਿਆਂ ਦੌਰਾਨ 146 ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ। ਹੁਣ ਤੱਕ ਪ੍ਰੋਵਿੰਸ ਦੇ ਵਿੱਚ 5,47,409 ਦੇ ਕਰੀਬ ਕੁੱਲ ਕਰੋਨਾ ਮਾਮਲੇ ਸਾਹਮਣੇ ਆ ਚੁੱਕੇ ਹਨ। ਟੋਰਾਂਟੋ ਤੋਂ 43, ਵਾਟਰਲੂ ਰੀਜਨ ਤੋਂ 36, ਪੀਲ ਰੀਜਨ ਤੋਂ 13, ਹੈਮਿਲਟਨ ਤੋਂ 11 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਹੁਣ ਤੱਕ ਪ੍ਰੋਵਿੰਸ ਦੇ ਵਿੱਚ 9,258 ਜਾਨਾਂ ਇਸ ਵਾਇਰਸ ਦੇ ਕਾਰਨ ਜਾ ਚੁੱਕੀਆਂ ਨੇ। ਓਨਟਾਰੀਓ ਦੇ ਵਿੱਚ 57.2% ਦੀ ਆਬਾਦੀ ਨੂੰ ਕੋਵਿਡ-19 ਵੈਕਸੀਨ ਦੇ 2 ਸ਼ਾਟ ਲਗਾਏ ਜਾ ਚੁੱਕੇ ਨੇ। ਇਸ ਦੇ ਨਾਲ ਹੀ ਓਨਟਾਰੀਓ ਦੇ ਵਿੱਚ ਇਸ ਸਮੇਂ 1,548 ਐਕਟਿਵ ਮਾਮਲਿਆਂ ਦੀ ਗਿਣਤੀ ਹੈ। ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਗਿਣਤੀ 173 ਦੇ ਕਰੀਬ ਦੱਸੀ ਗਈ। ਕਿਊਬੈਕ ਤੋਂ 24 ਘੰਟਿਆਂ ਦੌਰਾਨ 54 ਕਰੋਨਾ ਦੇ ਮਾਮਲੇ ਸਾਹਮਣੇ ਆਏ ਅਤੇ ਕੋਈ ਵੀ ਜਾਨ ਇਸ ਵਾਇਰਸ ਦੇ ਕਾਰਨ ਨਹੀਂ ਗਈ। ਹੁਣ ਤੱਕ ਪ੍ਰੋਵਿੰਸ ਦੇ ਵਿੱਚ 3,75,969 ਦੇ ਕਰੀਬ ਕੁੱਲ ਮਾਮਲੇ ਸਾਹਮਣੇ ਆ ਚੁੱਕੇ ਨੇ। 11,231 ਜਾਨਾਂ ਇਸ ਵਾਇਰਸ ਦੇ ਕਾਰਨ ਜਾ ਚੁੱਕੀਆਂ ਹਨ। ਹਸਪਤਾਲ ਦੇ ਵਿੱਚ 85 ਦੇ ਕਰੀਬ ਮਰੀਜ਼ਾਂ ਦੀ ਗਿਣਤੀ ਹੈ, ਜਿਨ੍ਹਾਂ ਵਿੱਚੋਂ 25 ਇੰਟੈਂਸਿਵ ਕੇਅਰ ਅਧੀਨ ਹਨ। ਕਿਊਬੈਕ ਦੇ ਵਿੱਚ 82% ਦੀ ਆਬਾਦੀ ਨੂੰ 1 ਡੋਜ਼ ਅਤੇ 46% ਦੀ ਆਬਾਦੀ ਨੂੰ 2 ਡੋਜ਼ ਲੱਗ ਚੁੱਕੀ ਹੈ। ਮੈਨੀਟੋਬਾ ਤੋਂ 24 ਘੰਟਿਆਂ ਦੌਰਾਨ 25 ਕਰੋਨਾ ਵਾਇਰਸ ਦੇ ਮਾਮਲੇ ਅਤੇ 1 ਮੌਤ ਦਰਜ ਕੀਤੀ ਗਈ ਹੈ। ਕੈਨੇਡਾ ਦੇ ਵਿੱਚ ਹੁਣ ਤੱਕ 14.2 ਮਿਲੀਅਨ ਦੇ ਕਰੀਬ ਕੁੱਲ ਕਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 26,447 ਜਾਨਾਂ ਇਸ ਵਾਇਰਸ ਦੇ ਕਾਰਨ ਜਾ ਚੁੱਕੀਆਂ ਨੇ। ਇਸ ਦੇ ਨਾਲ ਹੀ ਕੈਨੇਡਾ ਦੇ ਵਿੱਚ 13.9 ਮਿਲੀਅਨ ਦੇ ਕਰੀਬ ਰਿਕਵਰਡ ਮਾਮਲਿਆਂ ਦੀ ਗਿਣਤੀ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਫਿਰ ਹੇਠਾਂ ਆਇਆ ਇਮੀਗ੍ਰੇਸ਼ਨ ਦਾ ਪੱਧਰ। ਮਈ ਮਹੀਨੇ 17,100 PR ਦਾ ਕੀਤਾ ਗਿਆ ਸਵਾਗਤ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੰਗਲ ਦੀ ਅੱਗ ਦੇ ਕਾਰਨ ਆਰਡਰ ਜਾਰੀ। 1,000 ਤੋਂ ਪਾਰ ਹੋਇਆ ਜੰਗਲ ਦੀ ਅੱਗ ਦਾ ਅੰਕੜਾ। ਕੈਨੇਡਾ 'ਚ 50% ਦੀ ਆਬਾਦੀ ਨੂੰ ਲੱਗੇ 2 ਸ਼ਾਟ। ਕੈਨੇਡਾ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ। ਸਰਕਾਰ ਨੂੰ ਨਹੀਂ ਕੁਆਰੰਟੀਨ ਦੇ ਬਾਰੇ ਜਾਣਕਾਰੀ। 66% ਦੀ ਯਾਤਰੀਆਂ ਦੇ ਬਾਰੇ ਨਹੀਂ ਪੂਰੀ ਜਾਣਕਾਰੀ। ਕ੍ਰੇਨ ਹਾਦਸੇ ਦੇ ਵਿੱਚ 5 ਦੀ ਹੋਈ ਮੌਤ। ਪੁਲਿਸ ਨੇ ਸਾਂਝੀ ਕੀਤੀ ਜਾਣਕਾਰੀ। ਓਨਟਾਰੀਓ ਦੇ ਵਿੱਚ ਵਾਪਰਿਆ ਹਾਦਸਾ। 3 ਬੱਚੇ ਹੋਏ ਗੰਭੀਰ ਜ਼ਖਮੀ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।